ਖੇਤੀ ਸੁਧਾਰਾਂ ਦੇ ਨਾਂ ਹੇਠ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਵਿਰੁੱਧ ਪਿੰਡ ਪੱਪੀਆਣਾ ਜ਼ਿਲ੍ਹਾ ਮਾਨਸਾ ਵਿਖੇ ਸਰਦਾਰ ਕੁਲਦੀਪ ਸਿੰਘ ਸਰਪੰਚ ਦੀ ਅਗਵਾਈ ਹੇਠ ਇੱਕ ਰੋਸ ਰੈਲੀ ਕੱਢੀ ਗਈ, ਜਿਸ ਵਿੱਚ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਰਕਾਰ ਖਿਲਾਫ ਰੋਸ ਦਾ ਪ੍ਰਦਰਸ਼ਨ ਕੀਤਾ। ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗੇ ਅਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਪੁਤਲਾ ਸਾੜਿਆ ਗਿਆ ਅਤੇ ਇਸ ਵਿੱਚ ਫਾਫੜੇ ਭਾਈਕੇ ਦੇ ਸਰਪੰਚ ਸਰਦਾਰ ਇਕਬਾਲ ਸਿੰਘ ਵੀ ਸ਼ਾਮਲ ਸਨ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਆਰਡੀਨੈਂਸ ਵਾਪਸ ਲਓ ਵਾਪਸ ਲਓ ਵਾਪਸ ਲਓ। ਆਰਡੀਨੈਂਸ ਵਾਪਸ ਲਓ ਵਾਪਸ ਲਓ ਵਾਪਸ ਲਓ। ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲਓ ਵਾਪਸ ਲਓ ਵਾਪਸ ਲਓ। ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਮਿਹਨਤ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਉਹਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਲੋਕ ਏਕਤਾ ਜਿੰਦਾਬਾਦ 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 ਜਿੰਦਾਬਾਦ। ਕਿਸਾਨ ਮਜ਼ਦੂਰ ਵਿਰੋਧੀ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਿਸਾਨ ਮਜ਼ਦੂਰ ਵਿਰੋਧੀ ਫੈਸਲੇ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਿਸਾਨ ਮਜ਼ਦੂਰ ਵਿਰੋਧੀ ਫੈਸਲੇ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ। ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਲੋਕ ਵਿਰੋਧੀ ਫੈਸਲੇ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ। ਕਿਸਾਨ ਮਜ਼ਦੂਰ ਵਿਰੋਧੀ ਫੈਸਲੇ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਬੇਨਤੀ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬੇਨਤੀ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ। ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਅਰੇ ਹਾਂ ਬੋਲੋ ਬੋਲੇਗਾ। ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਾਰੇ ਕਾਨੂੰਨ ਵਾਪਸ ਲਓ। ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰ, ਮਜ਼ਦੂਰ ਵੀਰ, ਸਾਡੀਆਂ ਮਾਤਾ ਭੈਣਾਂ, ਅੱਜ ਜਿਹੜਾ ਇਹ ਪ੍ਰੋਗਰਾਮ ਆਗਾ ਆਪਾਂ ਇਕੱਲੇ ਉਰੇ ਨਹੀਂ, ਅੱਜ ਸਾਰੇ ਹਿੰਦੁਸਤਾਨ ਦੇ ਵਿੱਚ, ਜੇ ਕਹਿ ਲਈਏ ਪੂਰੇ ਪੰਜਾਬ ਦੇ ਵਿੱਚ ਅੱਜ ਜਗ੍ਹਾ ਜਗ੍ਹਾ ਤੇ ਪਿੰਡ ਪਿੰਡ ਆ ਪ੍ਰਦਰਸ਼ਨ ਹੋ ਰਹੇ ਆ। ਅੱਜ ਸਾਰਾ ਪੰਜਾਬ ਆ ਜਿਹੜਾ ਉਹ ਜਾਮ ਆਗਾ। ਰੇਲਵੇ ਲਾਈਨਾਂ ਨੇ ਜਿਹੜੀਆਂ ਉਹ ਵੀ ਜਗ੍ਹਾ ਜਗ੍ਹਾ ਤੋਂ ਅੱਜ ਰੁਕੀਆਂ ਹੋਈਆਂ ਨੇ, ਕਿਉਂਕਿ ਇਹਦਾ ਮਸਲਾ ਕੀ ਆ, ਕਾਰਨ ਕੀ ਆ। ਸਰਕਾਰ ਜਿਹੜੀ ਕੇਂਦਰ ਸਰਕਾਰ ਆ ਉਹ 3 ਆਰਡੀਨੈਂਸ ਲੈ ਕੇ ਆਈ ਆ ਜਿਹੜੇ ਕਿਸਾਨ ਵਿਰੋਧੀ ਨੇਗੇ। ਜੇ ਆਪਾਂ ਕਹਿ ਲਈਏ ਇਹ ਕਾਨੂੰਨਾਂ ਦੇ ਨਾਲ ਸਰਕਾਰ ਇਥੋਂ ਸਰਕਾਰੀ ਖਰੀਦ ਕਰਨ ਤੋਂ ਭੱਜ ਰਹੀ ਹੈਗੀ, ਨੰਬਰ 1। ਨੰਬਰ 2, ਸਰਕਾਰ ਵਿੰਗੇ ਟੇਢੇ ਢੰਗ ਦੇ ਨਾਲ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੇਗੀਆਂ ਉਹ ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੀ ਆ, ਤਾਂ ਜੋ ਇੱਥੇ ਜਿਹੜੇ ਕਿਸਾਨ ਨੇ, ਛੋਟੇ ਮਜ਼ਦੂਰ ਨੇਗੇ, ਉਹ ਸਿਰਫ ਖੇਤਾਂ ਦੇ ਵਿੱਚ ਦਿਹਾੜੀ ਕਰ ਸਕਣ, ਕੰਮ ਕਰ ਸਕਣ। ਤੇ ਜਿਹੜੀ ਇੱਥੋਂ ਦੀ ਆਮਦਨ ਆ ਗਈ, ਇੱਥੋਂ ਦਾ ਪੌਣ ਪਾਣੀ ਆ, ਚੰਗੀਆਂ ਜ਼ਮੀਨਾਂ ਨੇਗੀਆਂ, ਚੰਗਾ ਪਾਣੀ ਆ ਉਰੇ, ਇਹ ਤੇ ਕੇਂਦਰ ਸਰਕਾਰ ਨੇ ਅੱਖ ਰੱਖੀ ਹੋਈ ਹੈਗੀ। ਇਹਦਾ ਸਭ ਤੋਂ ਵੱਡਾ ਜਿਹੜਾ ਪਹਿਲਾ ਹਮਲਾ ਉਹ ਸਰਕਾਰੀ ਖਰੀਦ ਆ ਜਿਹੜੀ ਬੰਦ ਕਰਨ ਦਾ। ਕਿਸਾਨ ਭਰਾਵੋ, ਜੇ ਸਰਕਾਰੀ ਖਰੀਦ ਇੱਥੇ ਬੰਦ ਹੋ ਜਾਂਦੀ ਆ, ਪਹਿਲਾਂ ਤੁਹਾਨੂੰ ਦੱਸ ਦਈਏ ਸਰਕਾਰੀ ਖਰੀਦ ਸਿਰਫ ਪੰਜਾਬ ਤੇ ਥੋੜਾ ਜਿਹਾ ਅੱਧਾ ਕੁ ਹਿੱਸਾ ਹਰਿਆਣੇ ਦਾ ਜਿੱਥੇ ਸਰਕਾਰੀ ਖਰੀਦ ਹੁੰਦੀ ਆ, ਬਾਕੀ ਸਾਰੀ ਖਰੀਦ ਆ ਜਿਹੜੀ ਉਹ ਬੰਦ ਹੋ ਚੁੱਕੀ ਹੈਗੀ। ਫਸਲਾਂ ਨੇ ਜਿਹੜੀਆਂ ਕਿਸਾਨਾਂ ਦੀਆਂ, ਉਹਨਾਂ ਦਾ ਇੰਨਾ ਬੁਰਾ ਹਾਲ ਆ, ਤੁਸੀਂ ਸੋਚ ਲਓ ਵੀ ਨਾਸਕ ਦੇ ਵਿੱਚ ਗੰਢੇ ਪੈਦਾ ਹੁੰਦੇ ਆ। ਜਦੋਂ ਕਿਸਾਨਾਂ ਨੇ ਗੰਢੇ ਵੇਚਣੇ ਨੇਗੇ, ਉਹਨਾਂ ਦਾ ਸਰਕਾਰੀ ਮੁੱਲ ਹੈ ਨਹੀਂ, ਤਾਂ ਭਰਾਵੋ ਉਦੋਂ ਜਿਹੜੇ ਗੰਢੇ ਨੇ ਕਿਸਾਨਾਂ ਤੋਂ 1 ਰੁਪਏ ਕਿਲੋ
ਆ ਪਿਛਲੀ ਵਾਰੀ ਤਾਂ ਅਖਬਾਰਾਂ ਦੇ ਵਿੱਚ ਆਇਆ 50 ਪੈਸੇ ਕਿਲੋ ਕਿਸਾਨਾਂ ਦੇ ਗੰਢੇ ਵਿਕੇ ਆ, ਤੇ ਸਾਡੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਉਹੀ ਗੰਢੇ ਸਾਨੂੰ 10 ਰੁਪਏ 20 ਰੁਪਏ 10 ਹੋਰ ਵਧਾਤੇ, ਫੇਰ ਵਧਾਤੇ 80 ਰੁਪਏ ਕਿਲੋ ਗੰਢੇ ਨੇ ਜਿਹੜੇ ਲੋਕਾਂ ਨੂੰ ਮਿਲਦੇ ਨੇ। ਜਿਹੜੇ ਵਪਾਰੀਆਂ ਨੇ 50 ਪੈਸੇ 1 ਰੁਪਿਆ ਖਰੀਦੇ ਨੇਗੇ। ਇਹ ਮੋਟੀ ਜੀ ਉਦਾਹਰਨ ਆਗੀ। ਜੇ ਸਾਡੀ ਸਰਕਾਰੀ ਖਰੀਦ ਬੰਦ ਹੋ ਗਈ ਤਾਂ ਤੁਸੀਂ ਹਿਸਾਬ ਲਾ ਲਿਓ ਭਰਾਵੋ, ਆ ਸਾਡੀ ਜਿਹੜੀ ਫਸਲ ਦਾ ਸਾਨੂੰ ਮੁੱਲ ਮਿਲਦਾ ਇਹ ਵਪਾਰੀਆਂ ਨੇ ਸਾਥੋਂ ਕੌਡੀਆਂ ਦੇ ਭਾਅ ਤੇ ਖਰੀਦਣੀਆਂ। ਗਾਹਾਂ ਇਹ ਕੰਪਨੀਆਂ ਨੇ ਸਾਨੂੰ ਆਟਾ ਪੈਕਟਾਂ ਦੇ ਵਿੱਚ ਪਾ ਕੇ ਮਹਿੰਗੇ ਭਾਅ ਤੇ ਸਾਨੂੰ 80 ਰੁਪਏ ਕਿਲੋ 100 ਰੁਪਏ ਕਿਲੋ ਵੇਚਣਾਗਾ। ਇਹ ਆਪਾਂ ਐਵੇਂ ਨਹੀਂ ਕਹਿੰਦੇ, ਸਾਡੇ ਕੋਲੇ ਉਦਾਹਰਨ ਆਪਣੇ ਕੋਲੇ ਸਾਡੀ ਬਾਸਪਤੀ ਚੌਲ ਨੇਗੇ, ਅਸੀਂ ਵੇਚ ਕੇ ਆਉਨੇ ਆ 1800 ਤੋਂ ਲੈ ਕੇ 2500 ਤੱਕ। ਪਰ ਉਹੀ ਚੌਲ ਜਦੋਂ ਕੰਪਨੀ ਕੋਲੇ ਵਗ ਜਾਂਦੇ ਨੇ ਉਹਨੂੰ ਲਿਫਾਫਿਆਂ ਦੇ ਵਿੱਚ ਪੈਕ ਕਰ ਦਿੰਦੇ ਨੇ, ਕੰਪਨੀ ਦੀ ਮੋਹਰ ਲੱਗ ਜਾਂਦੀ ਆ। ਆਹੀ ਸਾਨੂੰ ਦੁਕਾਨਾਂ ਤੇ ਭਰਾਵੋ 70 80 ਰੁਪਏ ਕਿਲੋ ਚੌਲ ਜਿਹੜੇ ਆ ਸਾਡੇ ਫਾਫੜੀ ਦੁਕਾਨ ਤੇ 100 ਰੁਪਏ ਕਿਲੋ ਹੁਣ ਮਿਲਦੇ ਆ। ਉਹ ਸਾਡੀ ਬਾਸਪਤੀ ਆ 15 20 ਰੁਪਈਆਂ ਵਾਲੀ ਇਹ ਸਾਡੀ ਬਾਸਪਤੀ ਆ ਜਿਹੜੀ ਸਾਨੂੰ 80 ਰੁਪਏ ਮਿਲ ਰਹੀ ਹੈਗੀ। ਇਸ ਕਰਕੇ ਭਰਾਵੋ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ, ਸਾਰੀਆਂ ਸਿਆਸੀ ਪਾਰਟੀਆਂ ਨੇ ਤੇ ਜਿਹੜੇ ਸਾਡੇ ਸੂਝਵਾਨ ਲੋਕ ਨੇ, ਸਾਡੇ ਮਿਹਨਤ ਕਰਨ ਵਾਲੇ ਕਿਸਾਨ ਨੇ, ਮਜ਼ਦੂਰ ਨੇ, ਅੱਜ ਉਹ ਸੜਕਾਂ ਤੇ ਉਤਰੇ ਹੋਏ ਨੇਗੇ। ਸੜਕਾਂ ਤੇ ਇਸ ਕਰਕੇ ਉਤਰੇ ਆ ਕਿਉਂਕਿ ਜੇ ਆਪਾਂ ਪੰਜਾਬ ਦੇ ਵਿੱਚ ਇਹ ਕਾਨੂੰਨ ਲਾਗੂ ਹੋ ਗਏ ਤਾਂ ਸਾਡੀਆਂ ਜਿਹੜੀਆਂ ਜ਼ਮੀਨਾਂ ਨੇਗੀਆਂ ਉਹਨਾਂ ਨੇ ਵੀ ਜਾਣਾਗਾ, ਸਾਡੀਆਂ ਫਸਲਾਂ ਨੇ ਜਿਹੜੀਆਂ ਮੰਡੀਆਂ ਦੇ ਵਿੱਚ ਰੁਲਣੀਆਂ ਨੇਗੀਆਂ। ਘਰਾਂ ਦੇ ਵਿੱਚ ਭਰਾਵੋ ਅੱਜ ਹਾਲਤ ਪਤਾ ਕੀ ਆ, ਮੈਂ ਆਪਦੇ ਆਪ ਨੂੰ ਕੁਛ ਕਹੀ ਜਾਵਾਂ, ਵੱਡੀ ਪੱਧਰ ਤੇ ਬਿਮਾਰੀਆਂ ਫੈਲੀਆਂ ਹੋਈਆਂ ਨੇ। ਕੈਂਸਰ ਦੀ ਬਿਮਾਰੀ ਹੈਗੀ, ਉਹਦਾ ਕੋਈ ਇਲਾਜ ਨਹੀਂਗਾ, ਇਲਾਜ ਕਰਾਉਣ ਨੂੰ ਸਾਡੇ ਕੋਲੇ ਪੈਸਾ ਨਹੀਂਗਾ। ਜੇ ਸਰਕਾਰੀ ਹਸਪਤਾਲ ਦੇ ਵਿੱਚ ਜਾਂਦੇ ਆ ਇਲਾਜ ਹੈ ਨਹੀਂ, ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਂਦੇ ਆ ਤਾਂ ਭਰਾਵੋ ਉੱਥੇ ਲੱਖਾਂ ਰੁਪਈਆ ਦਾ ਖਰਚਾ ਹੁੰਦਾਗਾ। ਤਾਂ ਸਾਡੇ ਜਿਹੜੇ ਸਾਡੇ ਨਾਲ ਜਾਂਦੇ ਨੇ ਸਾਡੇ ਭੈਣ ਭਾਈ ਉਹ ਸਾਨੂੰ ਰਾਏ ਦਿੰਦੇ ਨੇ ਕਿ ਆਹ ਬਜ਼ੁਰਗ ਹੈਗਾ ਇਹਨੇ ਤਾਂ ਹੁਣ ਕੈਂਸਰ ਦੇ ਨਾਲ ਮਾਰੀ ਜਾਣਾਗਾ, ਤੂੰ ਆਪਦੇ 2 ਕਿੱਲੇ ਜ਼ਮੀਨ ਕਿਉਂ ਵੇਚਦਾਂਗਾ। ਅਸੀਂ ਇਲਾਜ ਦੇ ਤੋੜੇ, ਪੈਸੇ ਦੇ ਤੋੜੇ, ਸਾਡੇ ਬਜ਼ੁਰਗ ਮੰਜਿਆਂ ਦੇ ਵਿੱਚ ਪਏ 3-3 ਮਹੀਨੇ ਚੀਕਾਂ ਮਾਰਦੇ ਨੇ, 4-4 ਮਹੀਨੇ ਸਾਡੇ ਸਾਹਮਣੇ ਜਾਨ ਨਿਕਲਦੀ ਆ ਉਹਨਾਂ ਦੀ, ਪਰ ਅਸੀਂ ਇਲਾਜ ਨਹੀਂ ਕਰਾ ਸਕਦੇ। ਕਿਉਂ ਨਹੀਂ ਕਰਾ ਸਕਦੇ? ਇਲਾਜ ਪ੍ਰਾਈਵੇਟ ਹੋ ਗਿਆ, ਸਰਕਾਰੀ ਹਸਪਤਾਲਾਂ ਦੇ ਵਿੱਚ ਹੈ ਨਹੀਂ, ਤੇ ਪ੍ਰਾਈਵੇਟ ਮਨਮਰਜ਼ੀ ਦੇ ਪੈਸੇ ਲਾਉਂਦੇ ਆ। ਇਸ ਕਰਕੇ ਭਰਾਵੋ ਸਾਡੇ ਤੇ ਤਵਾ ਲਾਉਂਦੇ ਆ। ਕਿਸਾਨ ਕੰਮ ਛੱਡ ਗਏ, ਮਜ਼ਦੂਰ ਕੰਮ ਛੱਡ ਗਏ, ਕਿਸਾਨਾਂ ਦੇ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਮੋਟਰਾਂ ਚਲਾਉਣ ਜਾਂਦੇ ਆਗੇ। ਕਰਜ਼ਾ ਤਾਂ ਚੜ੍ਹਨਾ ਹੀ ਹੈਗਾ। ਪਰ ਭਰਾਵੋ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਆ, ਪੰਜਾਬ ਦੇ ਕਿਸਾਨਾਂ ਨੇ ਕੰਮ ਨਹੀਂ ਘੱਟ ਕੀਤਾ, ਮਜ਼ਦੂਰਾਂ ਨੇ ਕੰਮ ਨਹੀਂ ਘੱਟ ਕੀਤਾ। ਸਾਡੇ ਉਰੇ 20 ਮਣ ਕਣਕ ਹੁੰਦੀ ਸੀ, 60 ਮਣ ਕਣਕ ਨਿਕਲੀ ਹੈਗੀ, 100 ਮਣ ਝੋਨਾ ਨਿਕਲਿਆਗਾ, 50 ਮਣ ਕਿੱਲੇ ਦਾ ਨਰਮਾ ਨਿਕਲਿਆਗਾ। ਪਰ ਸਾਡੇ ਘਰਾਂ 'ਚ ਖੁਸ਼ਹਾਲੀ ਆਉਣ ਦੀ ਬਜਾਏ ਕੰਗਾਲੀ ਆਈ ਹੈਗੀ, ਖੁਦਕੁਸ਼ੀਆਂ ਹੋਈਆਂ ਨੇਗੀਆਂ, ਕਰਜ਼ੇ ਦੇ ਵਿੱਚ ਘਰਾਂ ਦੇ ਵਿੱਚ ਕਲੇਸ਼ ਹੋਏ ਨੇਗੇ, ਘਰਾਂ ਦੇ ਘਰ ਪਾੜ ਗਏ, 4 ਭਾਈ ਅੱਡ ਹੋ ਗਏ ਇਸੇ ਮਸਲੇ ਦੇ ਉੱਤੇ। ਕਿਉਂਕਿ ਜਿਹੜੇ ਨੂੰ ਮੂਹਰੇ ਲਾਉਂਦੇ ਨੇ ਮਹਿੰਗਾਈ ਆ, ਫਸਲਾਂ ਦੇ ਰੇਟ ਨਹੀਂ ਮਿਲਦੇ, ਤੇ ਜਿਹੜੀਆਂ ਸਾਡੀਆਂ ਲਾਗਤ ਖਰਚੇ ਨੇਗੇ, ਸਾਡੀਆਂ ਰੇਹਾਂ ਨੇਗੀਆਂ, ਸਪਰੇਹਾਂ ਨੇਗੀਆਂ, ਮਸ਼ੀਨਰੀ ਹੈਗੀ, ਇਹ ਭਰਾਵੋ ਇੰਨੇ ਗੁਣਾ ਜ਼ਿਆਦਾ ਵੱਧ ਗਈ ਸਾਡੇ ਰੇਟਾਂ ਤੋਂ, ਤਾਂ ਅੱਜ ਸਾਡਾ ਆਹ ਹਾਲ ਹੋ ਗਿਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਕਾਲੇ ਕਾਨੂੰਨ ਨੇ ਜਿਹੜੇ ਖੇਤੀ ਆਈਡੀ ਨਸ਼ਾ ਇਹ ਲਾਗੂ ਹੋ ਗਏ ਤਾਂ ਜਿਹੜੀ ਸਾਡੀ ਹਾਲਤ ਆ ਉਹ ਇਦੋਂ ਵੀ ਮੰਦੀ ਹੋਣੀ ਆ, ਇਦੋਂ ਵੀ ਮਾੜੀ ਹੋਣੀ ਆ। ਇੱਕ ਮੋਟੀ ਜਿਹੀ ਉਦਾਹਰਨ ਲਾ ਲਓ, 1967 ਦੇ ਵਿੱਚ ਚਾਹੇ 64 ਰੁਪਏ ਕਣਕ ਦਾ ਰੇਟ ਸੀਗਾ, ਬਜ਼ੁਰਗ ਬੈਠੇ ਨੇ ਜਾਣਦੇ ਨੇ, ਪਰ ਉਦੋਂ 1 ਕੁਆਂਟਲ ਕਣਕ ਵੇਚ ਕੇ 47 ਲੀਟਰ ਡੀਜ਼ਲ ਤੇਲ ਆ ਜਾਂਦਾ ਸੀਗਾ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਿਓ,
1 ਕੁਆਂਟਲ ਕਣਕ ਵੇਚ ਕੇ ਤੁਹਾਨੂੰ 14 ਜਾਂ 15 ਲੀਟਰ ਤੇਲ ਆਊਗਾ। 30 ਲੀਟਰ ਤੁਹਾਡਾ ਤੇਲ ਉੱਡ ਗਿਆ। ਪ੍ਰਾਈਵੇਟ ਕੰਪਨੀਆਂ ਦੇ ਇੰਨੇ ਮੁਨਾਫੇ ਵੱਧ ਗਏ। 50 ਜਿਹੜਾ ਟਰੈਕਟਰ ਸਵਰਾਜ ਟਰੈਕਟਰ ਇਹਦੀ ਸਹੀ ਕੀਮਤ ਲੱਗੇ ਕੰਪਨੀ 3.5 ਲੱਖ ਦੇ ਵਿੱਚ ਇਹ ਤਿਆਰ ਹੋ ਕੇ ਮਾਰਕੀਟ ਦੇ ਵਿੱਚ ਆ ਜਾਂਦਾਗਾ। 7-7 ਲੱਖ ਰੁਪਏ ਦਾ ਟਰੈਕਟਰ ਕੰਪਨੀਆਂ ਨੇ ਕਿਸਾਨਾਂ ਨੂੰ ਵੇਚਿਆਗਾ। 3.5 ਲੱਖ ਰੁਪਏ ਦੀ ਇੱਕ ਟਰੈਕਟਰ ਦੇ ਮਗਰ ਲੁੱਟ ਹੋਈ ਹੈਗੀ। ਕਿਸੇ ਸਰਕਾਰ ਨੇ ਪਾਬੰਦੀ ਨਹੀਂ ਲਾਈ ਵੀ ਤੁਸੀਂ 3.5 ਲੱਖ ਦਾ ਤਿਆਰ ਕਰਕੇ ਇਹਨੂੰ 4 ਦਾ ਵੇਚ ਲਓ, 4.5 ਦਾ ਵੇਚ ਲਓ, 5 ਦਾ ਵੇਚ ਲਓ, 1.5 ਲੱਖ ਰੁਪਇਆ ਇੱਕ ਟਰੈਕਟਰ 'ਚ ਮੁਨਾਫਾ ਲੈ ਲਓ। ਪਰ ਨਹੀਂ ਭਰਾਵੋ, ਕੰਪਨੀਆਂ ਨੇ ਛਿੱਲ ਲਾਹੀ ਆ। 3.5 ਲੱਖ ਵਾਲਾ 7 ਲੱਖ 'ਚ ਵੇਚਿਆਗਾ। 1 ਲੀਟਰ ਦਵਾਈ ਜਿਹੜੀ ਆ ਕੌਨਫੀਡੋਰ ਤੁਸੀਂ ਕਰਦੇ ਰਹੇ ਹੋ 150 ਤੋਂ ਲੈ ਕੇ 200 ਲੀਟਰ ਦੇ ਵਿੱਚ ਤਿਆਰ 200 ਰੁਪਏ ਦੇ ਵਿੱਚ ਲੀਟਰ ਤਿਆਰ ਹੋਇਆਗਾ। ਪਰ ਸਾਨੂੰ ਮਾਰਕੀਟ ਦੇ ਵਿੱਚ 22-2300 ਦਾ ਲੀਟਰ ਦਵਾਈ ਦਾ ਵੇਚਿਆ ਗਿਆਗਾ। ਆਹ ਕਾਰਨ ਨੇ ਸਾਡੇ ਕਰਜ਼ਾ ਚੜ੍ਹਨ ਦੇ। ਕਰਜ਼ਾ ਸਾਡੇ ਕਰਕੇ ਨਹੀਂ ਚੜ੍ਹਿਆ, ਕਰਜ਼ਾ ਸਰਕਾਰ ਦੀਆਂ ਨੀਤੀਆਂ ਕਰਕੇ ਚੜ੍ਹਿਆਗਾ। ਅਸੀਂ ਤਾਂ ਸਰਕਾਰਾਂ ਨੂੰ ਦੋਸ਼ ਦਿੰਨੇ ਆ। ਕੰਮ ਘੱਟ ਕਰਿਆ ਹੁੰਦਾ, ਉਰੇ ਖਾਣ ਨੂੰ ਦਾਣੇ ਨਾ ਹੁੰਦੇ, ਬਿਹਾਰ ਵਾਂਗੂ ਭੁੱਖਮਰੀ ਹੁੰਦੀ, ਕੰਗਾਲੀ ਹੁੰਦੀ, ਅਸੀਂ ਕਹਿ ਦਿੰਦੇ ਵੀ ਕਿਸਾਨਾਂ ਮਜ਼ਦੂਰਾਂ ਨੇ ਕੰਮ ਨਹੀਂ ਕਰਿਆ। ਨੰਬਰ 2 ਤੇ ਆਪਾਂ ਨਹੀਂ ਕਹਿੰਦੇ ਦਾਰੂ ਪੀਣੀ ਚੰਗੀ ਗੱਲ ਆ। ਇਹ ਤਵਾ ਕੀ ਲਾਉਂਦੇ ਆ? ਇਹ ਕਹਿੰਦੇ ਜੀ ਕਿਸਾਨ ਦਾਰੂਆਂ ਪੀਣ ਲੱਗ ਗਏ। ਕਿਸਾਨ ਤਾਂ ਸ਼ਰਾਬਾਂ ਪੀਂਦੇ ਆ, ਕਰਜ਼ੇ ਤਾਂ ਇਹਨਾਂ ਦੇ ਸਿਰ ਚੜ੍ਹਨੀ ਨੇਗੇ। ਪਰ ਭਰਾਵੋ ਇੱਕ ਗੱਲ ਜ਼ਰੂਰ ਕਹਿੰਦੇ ਆ, ਦਾਰੂ ਪੀਣੀ ਚੰਗੀ ਗੱਲ ਨਹੀਂ। ਪਰ ਜੇ ਕਿਸੇ ਨੇ ਅਣਸਰਦੇ ਨੂੰ 50 ਰੁਪਈਆਂ ਦਾ ਆਦੀਆ 100 ਦਾ ਲੈ ਕੇ ਪੀ ਵੀ ਲਿਆ, ਉਹਦੇ ਸਿਰ ਤਾਂ ਕਰਜ਼ਾ ਚੜ੍ਹ ਗਿਆ। ਆ ਤੁਸੀਂ ਸ਼ਹਿਰਾਂ ਦੇ ਵਿੱਚ ਤਲਾਸ਼ੀ ਕਰਾ ਲਓ, ਆੜਤੀਆਂ ਦੇ ਘਰੋਂ ਇੰਗਲਿਸ਼ ਸ਼ਰਾਬਾਂ ਮਿਲਣਗੀਆਂ। ਅਖਬਾਰ ਦੀ ਰਿਪੋਰਟ ਸੀ KPS ਗਿੱਲ ਪੰਜਾਬ ਦਾ ਸਾਬਕਾ DJP ਸ਼ਰਾਬ ਕਿਹੜੀ ਪੀਂਦਾ ਸੀ? ਹੈਕਸੋਸਨੈਕਸੀ, ਜਿਹੜੀ ਅੰਗੂਰਾਂ ਦੀ ਬਣੀ ਹੋਈ ਬਿਸ਼ਕੀ ਹੈਗੀ, ਜਿਹਦੀ 15,000 ਦੀ ਕੀਮਤ ਹੈਗੀ ਮਾਰਕੀਟ ਦੇ ਵਿੱਚ। ਤਾਂ ਭਰਾਵੋ 100 ਰੁਪਏ ਵਾਲੇ ਸਿਰ ਕਰਜ਼ਾ ਚੜ੍ਹ ਗਿਆ, ਉਹ 15,000 ਵਾਲਾ ਸਰਮਾਏਦਾਰ ਬਣਿਆ ਖੜਾਗਾ। ਸਾਨੂੰ ਕਹਿੰਦੇ ਨੇ ਵਿਆਹਾਂ ਤੇ ਖਰਚ ਕਰਦੇ ਹੋ, ਵਿਆਹਾਂ ਤੇ ਸਾਰੀ ਉਮਰ ਅਸੀਂ ਘੱਟਾ ਢੋਨੇ ਆ। ਅਸੀਂ ਚਾਹੁੰਦੇ ਆ ਸਾਡੀ ਧੀ ਭੈਣ ਸੌਖੇ ਘਰ ਦੇ ਵਿੱਚ ਵਗ ਜੇ, ਉਹ ਦਾਬ ਦਾ ਕੋਈ 4 ਦਿਨ ਚੰਗੇ ਕੱਢ ਲੇ। ਸਾਰਾ ਦਿਨ ਸਾਡੀ ਭੈਣ ਨੇ ਸਾਡੇ ਘਰੇ ਗੋਹਾ ਕੂੜਾ ਕਰਿਆ, 15-20 ਸਾਲ ਮੁੰਡਿਆਂ ਵਾਂਗੂ ਸਾਡੇ ਘਰੇ ਕਮਾਈ ਕਰੀ ਆ। ਜੇ ਅਸੀਂ ਉਹਦੇ ਵਿਆਹ ਤੇ 3-4 ਲੱਖ ਰੁਪਈਆ ਲਾਤਾ ਤਾਂ ਕਹਿਣਗੇ ਕਿਸਾਨ ਵਿਆਹਾਂ ਤੇ ਮਜ਼ਦੂਰ ਵਿਆਹਾਂ ਤੇ ਖਰਚ ਕਰਦੇ ਆ, ਕਰਜ਼ਾ ਤਾਂ ਚੜ੍ਹਨਾ ਹੀ ਆ। ਆ ਤਾਮਿਲਨਾਡੂ ਦੀ ਮੁੱਖ ਮੰਤਰੀ ਹੈ ਜੈਲਲਿਤਾ, ਉਹਨੇ ਵਿਆਹ ਨਹੀਂ ਕਰਾਇਆ, ਉਹਨੇ ਮੁੰਡਾ ਗੋਦ ਪਾਇਆ, ਮੁੰਡਾ ਗੋਦ ਪਾਏ ਦਾ ਵਿਆਹ ਕਰਿਆ। ਪਹਿਲਾਂ ਤਾਂ ਆਪਾਂ ਰੁਪਈਏ 2 ਰੁਪਈਆਂ ਦਾ ਕਾਰਡ ਛਪਾ ਲੈਂਦੇ ਆ, ਚਾਂਦੀ ਦੇ ਕਾਰਡ ਕਢਾਏ ਗਏ। ਵਿਆਹ ਦੇ ਵਿੱਚ ਜਿਹੜੇ ਮਹਿਮਾਨ ਆਏ ਉਹਨਾਂ ਨੂੰ ਭਰਾਵੋ ਸਿਆਉਣੇ ਦੇ ਭਾਂਡਿਆਂ ਦੇ ਵਿੱਚ ਰੋਟੀ ਖਵਾਈ ਗਈ। 10-10, 15-15 ਲੱਖ ਦੀਆਂ ਸਾੜੀਆਂ ਦਿੱਤੀਆਂ ਗਈਆਂ ਵਿਆਹ ਦੇ ਵਿੱਚ। ਅੱਜ ਜੈਲਲਿਤਾ ਦੇ ਜੁੰਮੇ ਕਰਜ਼ਾ ਨਹੀਂ ਹੈਗਾ। ਆਹ ਤੁਹਾਡੇ ਆਪਣੀ ਉਰੇ ਇੱਕ ਤਕੜੀ ਫਰਮ ਆ ਮਾਨਸਾ ਦੇ ਵਿੱਚ, ਸ਼ਿਵਜੀ ਕੀ, ਇਹਨਾਂ ਦਾ ਵਿਆਹ ਹੋਇਆ ਸੀਗਾ। ਇਹਨਾਂ ਦੇ ਭਰਾਵੋ 7 ਦਿਨ ਮਿਲਣੀਆਂ ਹੋਈ ਗਈਆਂ ਨੇ, 3-3 ਪੈਲਸ ਬੁੱਕ ਕਰੇ ਹੋਏ ਸੀ ਇਹਨਾਂ ਦੇ ਸਿਰ ਕਰਜ਼ਾ ਨਹੀਂ ਚੜਿਆ। ਸਾਡੇ ਸਿਰੀ ਕਰਜ਼ਾ ਕਿਉਂ? ਇਸ ਗੱਲ ਕੇ ਭਰਾਵੋ ਤੁਸੀਂ ਬੱਪੀਆਣੇ ਵਾਲੇ ਸਾਰੇ ਵਧਾਈ ਦੇ ਪਾਤਰੋਂ, ਜਿਹੜੇ ਇਸ ਮੁੱਦੇ ਦੇ ਉੱਤੇ ਸੜਕ ਦੇ ਉੱਤੇ ਉਤਰੇ ਹੋਗੇ, ਤੁਹਾਡਾ ਬਹੁਤ ਧੰਨਵਾਦ ਆ। ਜਿਹੜੇ ਪਰ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੰਘਰਸ਼ ਹੋਰ ਵੀ ਆਉਣਗੇ। ਆਪਾਂ ਇਹਨਾਂ ਨੂੰ ਹੋਰ ਤਿੱਖਾ ਕਰਨਾਗਾ ਤਾਂ ਜੋ ਕਾਲੇ ਕਾਨੂੰਨ ਨੇ ਜਿਹੜੇ ਉਹ ਵਾਪਸ ਲਏ ਜਾਣ। ਸਾਡੀਆਂ ਜ਼ਮੀਨਾਂ ਨੇ ਇਹ ਭਰਾਵੋ ਐਵੇਂ ਨਹੀਂ ਬਚੀਆਂ, ਇਹਦੇ ਪਿੱਛੇ ਲੜਾਈਆਂ ਹੋਈਆਂ ਨੇ। ਬੰਦਾ ਸਿੰਘ ਬਹਾਦਰ ਨੇ ਆਪਦੇ ਮੁੰਡੇ ਦਾ ਕਾਲਜਾ ਕੱਢ ਕੇ ਮੂੰਹ ਚ ਪਵਾਇਆਗਾ, ਤਾਂ ਆ ਤੁਹਾਨੂੰ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆਗਾ। ਆ 2-2, 4-4 ਆ ਯੂਪੀ ਆ, ਬਿਹਾਰ ਆ, ਇੱਧਰ ਲੋਕ ਲੜੇ ਨਹੀਂ ਹੈਗੇ। ਇੱਧਰ ਵੱਡੇ ਸਰਮਾਏਦਾਰਾਂ ਨੇ ਜ਼ਮੀਨਾਂ ਇਕੱਠੀਆਂ ਕਰ ਲੀਆਂ, ਉਹ ਦਿਹਾੜੀ ਕਰਨ ਸਾਡੇ ਆਉਂਦੇ ਆ। ਸਾਡੇ ਬਜ਼ੁਰਗ ਜੇ ਲੜੇ ਨੇ ਤਾਂ ਅਸੀਂ ਆਪਦੀ ਪੱਗ ਵੀ ਰੱਖੀ ਬੈਠੇ ਆ, ਆਪਦੀਆਂ ਜ਼ਮੀਨਾਂ ਵੀ ਰੱਖੀ ਬੈਠੇ ਆ। ਪਰ ਜੇ ਆਪਾਂ ਭਰਾਵੋ ਹੁਣ ਲੜਾਈ ਅੱਗੇ ਨਾ ਕਰੀ ਤਾਂ ਨਾ ਜ਼ਮੀਨਾਂ ਰਹਿਣੀਆਂ ਨੇ, ਨਾ ਜਵਾਨੀ ਰਹਿਣੀ ਆ, ਉਹ ਨਸ਼ੇ 'ਚ ਮਾਰੀ ਜਾਊਗੀ। ਇਸ ਕਰਕੇ ਭਰਾਵੋ ਅੰਤ ਦੇ ਵਿੱਚ ਇੱਕ ਹੀ ਬੇਨਤੀ ਕਰਦਾ, ਸਾਰਾ ਨਗਰ ਵਧਾਈ ਦਾ ਪਾਤਰ ਆ।
ਜਿਹੜਾ ਇਹ ਸਾਰੀ ਗੱਲ ਨੂੰ ਸਮਝਦਾ ਹੋਇਆ ਅੱਜ ਆ ਸੜਕ ਤੇ ਨਿਕਲਿਆਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਜਚੇ ਰਹੋਗੇ। ਬਹੁਤ ਬਹੁਤ ਧੰਨਵਾਦ। ਹੁਣ ਆਪਣੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਆਪਣੀਆਂ 2 ਗੱਲਾਂ ਸਾਂਝੀਆਂ ਕਰਨਗੇ। ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਧਰਨੇ ਦੇ ਵਿੱਚ ਪਹੁੰਚੇ ਸਾਰੇ ਹੀ ਭੈਣ ਭਰਾਵਾਂ ਨੂੰ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ। ਜੋ ਕਿ ਸੈਂਟਰ ਸਰਕਾਰ ਦਾ, ਮੋਦੀ ਸਰਕਾਰ ਦੇ 3 ਆਰਡੀਨੈਂਸ ਆਏ ਨੇ, ਜੋ ਕਿ ਕਿਸਾਨ ਦਾ ਅਤੇ ਮਜ਼ਦੂਰ ਦਾ ਗਲਾ ਘੋਟਣ ਦਾ ਇਹਨਾਂ ਨੇ ਸੋਚੀ ਹੋਈ ਆ। ਜੋ ਕਿ ਸਰਕਾਰੀ ਖਰੀਦ ਆ, ਜੇ ਉਹ ਟੁੱਟ ਜੇ ਤਾਂ ਜਿੱਥੇ ਕਿਸਾਨ ਦਾ ਨੁਕਸਾਨ, ਕਿਸਾਨ ਦੀ ਕਮਾਈ ਘਟੂਗੀ, ਉੱਥੇ ਮਜ਼ਦੂਰ ਦਾ ਵੀ ਨੁਕਸਾਨ ਪਹੁੰਚਣਾ ਗਾ। ਇਹਦੇ ਕਰਕੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਆ। ਜਿਵੇਂ ਕਿ ਯੂਪੀ ਬਿਹਾਰ ਦੇ ਵਿੱਚ ਜੀਰੀ ਦਾ ਰੇਟ 1100 ਆ, ਜੋ ਕੋਈ ਮਾੜੀ ਜੀਰੀ ਆ ਉਹਦਾ 1800। ਉੱਧਰ ਦੇ ਲੋਕ ਆਪਣੇ ਦਿਹਾੜੀਆਂ ਕਰਨ ਆਉਂਦੇ ਨੇ, ਉਹਨਾਂ ਦੀ ਮਜਬੂਰੀ ਆ ਦਿਹਾੜੀ ਕਰਨੀ। ਇਸੇ ਕਰਕੇ ਕਿ ਆਪਾਂ ਆਪਣੀ ਵੀ ਉਹ ਹਾਲਾਤ ਹੋ ਗਏ, ਉਹ ਲੋਕ ਤਾਂ ਹਲੇ ਕੱਟ ਗਏ ਤੇ ਆਪਾਂ ਤੋਂ ਇਹ ਚੱਲਿਆ ਨਹੀਂ ਜਾਣਾ। ਇਸੇ ਕਰਕੇ ਮੈਂ ਬੇਨਤੀ ਕਰਦਾਗਾ ਕਿ ਆਪਾਂ ਨੂੰ ਜਿੱਥੇ ਵੀ ਸੰਘਰਸ਼ ਲੜਨਾ ਪਿਆ, ਉੱਥੇ ਇਕੱਠੇ ਹੋ ਕੇ ਆਪਾਂ ਸਾਰੇ ਹੀ ਇੱਕੇ ਨਾਲ, ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ, ਉਹ ਆਪਾਂ ਇੱਕ ਹੋ ਕੇ ਇਹ ਲੜਾਈ ਲੜੀਏ, ਤਾਂ ਕਿ ਆਪਣੇ ਬੱਚਿਆਂ ਨੂੰ ਗਾਹਾਂ ਜਾ ਕੇ ਉਹਨਾਂ ਦਾ ਭਵਿੱਖ ਜੋ ਚੰਗਾ ਹੋ ਸਕੇ। ਤੇ ਆਪਾਂ ਯੂਪੀ ਬਿਹਾਰ ਵਾਂਗੂ 10-10 ਰੁਪਏ ਤੇ 20-20 ਰੁਪਏ ਪਿੱਛੇ ਦਿਹਾੜੀਆਂ ਤੇ ਨਾ ਜਾਈਏ। ਬਾਕੀ ਸਰਪੰਚ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਤੁਹਾਨੂੰ ਦੱਸਦਾ ਕਿ ਜੇ ਆਪਾਂ ਆਪਣੇ ਬਜ਼ੁਰਗ, ਆਪਣੇ ਗੁਰੂ ਪੀਰ ਲੜਾਈਆਂ ਲੜਦੇ ਰਹੇ ਨੇ, ਤਾਂ ਆਪਾਂ ਇੱਕ ਸੁੱਖ ਦੀ ਰੋਟੀ ਖਾਂਦੇ ਆਂਗੇ। ਜੇ ਹੁਣ ਆਪਾਂ ਇਹ ਲੜਾਈ ਲੜਾਂਗੇ ਤਾਂ ਆਪਣੇ ਬੱਚੇ ਸੁੱਖ ਦੀ ਰੋਟੀ ਖਾ ਲੈਣਗੇ, ਨਹੀਂ ਤਾਂ ਜੇ ਹੁਣ ਆਪਾਂ ਪਿੱਛੇ ਹਟ ਗਏ ਤਾਂ ਆਪਾਂ ਪੰਜਾਬ ਦਾ ਜੋ ਢਾਂਚਾ ਇਹ ਬੜੇ ਬੁਰੀ ਤਰ੍ਹਾਂ ਬਰਬਾਦ ਹੋ ਜਾਣਾਗਾ। ਇਹਦੇ ਕਰਕੇ ਆਪਾਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਬੇਨਤੀ ਕਰਦੇ ਆਂਗੇ। ਸਾਰਾ ਜਿਵੇਂ ਆਪਣੇ ਪਿੰਡ ਦੇ ਲੋਕ ਆਏ ਨੇ, ਮਾਨਸਾ ਜਾਣ ਵਾਲੀ ਦਾ ਜੋ ਅੱਜ ਮਾਨਸਾ ਧਰਨੇ ਲੱਗਣੇ ਨੇ, ਜਿੰਨਾ ਵੀ ਜਾ ਸਕਦੇ ਨੇ ਵੱਧ ਤੋਂ ਵੱਧ ਉੱਥੇ ਪਹੁੰਚੋ, ਘਰ ਦਾ ਇੱਕ ਬੰਦਾ ਪਹੁੰਚੋ, ਤੇ ਹੋਰ ਵੀ ਯਾਰਾਂ ਦੋਸਤਾਂ ਨੂੰ ਜਾਂ ਕੋਈ ਭੈਣ ਭਾਈ ਨੂੰ ਇਹਦੇ ਬਾਰੇ ਕਹੋ ਕਿ ਆਪਣਾ ਜੇ ਇਹ ਬਿੱਲ ਲਾਗੂ ਹੋ ਗਏ, ਆਰਡੀਨੈਂਸ ਲਾਗੂ ਹੋ ਗਏ, ਤਾਂ ਆਪਾਂ ਨੂੰ ਸਭ ਨੂੰ ਹੀ ਪਤਾ ਕਿ ਆਪਣਾ ਬੜੇ ਵੱਡੇ ਪੱਧਰ 'ਤੇ ਨੁਕਸਾਨ ਹੋ ਜਾਣਾ। ਜੇ ਆਪਣੇ ਹੁਣ ਕਣਕ ਹੈਗੀ, ਇਹਨਾਂ ਨੇ ਇਹ ਲੈ ਲੈਣੀ ਹੈਗੀ 10 ਰੁਪਏ ਕਿਲੋ, ਫਿਰ ਇਹਨਾਂ ਦੀ ਮਰਜ਼ੀ ਆ ਜੇ 100 ਰੁਪਏ ਕਿਲੋ ਦੇਣ ਚਾਹੇ 300 ਰੁਪਏ ਕਿਲੋ ਦੇਣ, ਆਪਣੀ ਮਜਬੂਰੀ ਹੋ ਜਾਣੀ ਆ, ਆਪਾਂ ਨੂੰ ਲੈਣੀ ਪੈਣੀ ਆ, ਢਿੱਡ ਤਾਂ ਭਰਨੀ ਪੈਣਾ। ਇਸ ਕਰਕੇ ਕਿ ਹੁਣ ਆਪਾਂ ਕਿਸਾਨ ਮਜ਼ਦੂਰ ਆਪ 'ਚ ਇਕੱਠੇ ਹੋ ਕੇ, ਚਾਹੇ ਉਹ ਕਿਸਾਨ ਮਜ਼ਦੂਰ ਨੂੰ ਕਣਕ ਦਿੰਦਾ ਗਾ, ਚਾਹੇ ਮਜ਼ਦੂਰ ਉਹਦੇ ਖੇਤ ਕੰਮ ਕਰਦਾ, ਇਹ ਰਲ ਮਿਲ ਕੇ ਆਪਾਂ ਆਪਣਾ ਵਧੀਆ ਗੁਜ਼ਾਰਾ ਕਰੀ ਜਾਂਦੇ ਆ। ਇਹ ਜੇ ਸਰਕਾਰ ਨੇ ਵਿੱਚ ਲੱਤ ਡਾਲੀ ਤਾਂ ਇਹ ਗੁਜ਼ਾਰਾ ਬੜਾ ਮੁਸ਼ਕਲ ਹੋ ਜਾਣਾ। ਇਹਦੇ ਕਰਕੇ ਆਪਾਂ ਜੇ ਇਕੱਠੇ ਹੋ ਕੇ ਆਵਾਜ਼ ਉਠਾਵਾਂਗੇ ਤਾਂ ਆਪਾਂ ਆਪਦਾ ਹੀ ਬਚਾਅ ਕਰਾਂਗੇ, ਨਾ ਕਿ ਆਪਾਂ ਕਿਸੇ ਪਿੱਛੇ ਆਵਾਜ਼ ਨਹੀਂ ਉਠਾ ਰਹੇ, ਇਹ ਆਪਾਂ ਆਪਦੇ ਪਿੱਛੇ ਹੀ ਉਠਾ ਰਹੇ ਹਾਂ। ਇਹ ਮੈਂ ਇੰਨੀ ਬੇਨਤੀ ਕਰਦਾ, ਧੰਨਵਾਦ ਕਰਦਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲਓ, ਕਿਸਾਨ ਮਜ਼ਦੂਰ ਵਿਰੋਧੀ ਆਰਡੀਨੈਂਸ ਵਾਪਸ ਲਓ, ਕਿਸਾਨ ਮਜ਼ਦੂਰ ਵਿਰੋਧੀ ਸਰਕਾਰਾਂ ਮੁਰਦਾਬਾਦ, ਕਿਸਾਨ ਮਜ਼ਦੂਰ ਵਿਰੋਧੀ ਸਰਕਾਰਾਂ ਮੁਰਦਾਬਾਦ, ਲੋਕਾਂ ਦਾ ਇੱਕ ਜਿੰਦਾਬਾਦ, ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ ਵਾਪਸ ਲਓ, ਕਿਸਾਨ ਮਜ਼ਦੂਰ ਵਿਰੋਧੀ ਸਰਕਾਰਾਂ ਮੁਰਦਾਬਾਦ, ਲੋਕਾਂ ਦਾ ਇੱਕ ਜਿੰਦਾਬਾਦ। ਹਾਏ 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 ਹਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਦੇ ਜੋ ਆਰਡੀਨੈਂਸਾਂ ਬਾਰੇ ਬੜੇ ਵੱਡੇ ਪੱਧਰ ਤੇ ਇੱਕ ਰੌਲਾ ਪੈ ਰਿਹਾ ਗਾ, ਜੋ ਕਿ ਕਿਸਾਨਾਂ ਦਾ ਸੈਂਟਰ ਸਰਕਾਰ ਨੇ ਪੰਜਾਬ ਹਰਿਆਣੇ ਦੇ ਵਿੱਚ ਜੋ ਤਿੰਨੇ ਆਰਡੀਨੈਂਸ ਲੈ ਕੇ ਆਈ ਆ, ਉਹ ਕਿਸਾਨ ਵਿਰੋਧੀ ਸਾਨੂੰ ਬਿੱਲ ਕਿਹਾ ਜਾ ਸਕਦਾ ਗਾ। ਜਿਵੇਂ ਕਿ ਇਹ ਸਰਕਾਰੀ ਖਰੀਦ ਬੰਦ ਹੋ ਜੇ ਤਾਂ ਉਹਦੇ ਵਿੱਚ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਹੈਗਾ। ਜੇ ਇਹ ਬਿੱਲ ਪਾਸ ਹੁੰਦੇ ਨੇ ਤਾਂ ਇੱਥੇ ਵੱਡੇ ਘਰਾਣਿਆਂ ਦਾ, ਅਵਾਨੀ ਅਡਵਾਨੀ ਵਰਗਿਆਂ ਦਾ ਇੱਥੇ ਰਾਜ ਹੋ ਜਾਣਾਗਾ, ਜੋ ਕਿ ਸਾਡੀਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਨੇ ਜਾਂ ਫਸਲਾਂ ਆਪਣੀ ਮਰਜ਼ੀ ਨਾਲ ਖਰੀਦਣੀਆਂ ਨੇ। ਜਿਵੇਂ ਕਿ ਨਾਸਕ ਦੇ ਵਿੱਚ ਅਸੀਂ ਦੇਖੀਏ, ਗੰਢਾ 1-2 ਰੁਪਏ ਲੈ ਕੇ ਉਹਨੂੰ 20 ਰੁਪਏ 30 40 50 80 100 ਰੁਪਏ ਤੱਕ ਵੇਚ ਕੇ ਸਾਡੀ ਜਨਤਾ ਦਾ ਲੁੱਟ ਹੋ ਰਹੀ ਹੈਗੀ। ਉਸੇ ਤਰ੍ਹਾਂ ਸਾਥੋਂ ਕਣਕ ਝੋਨਾ ਜੋ ਕੋਈ ਵੀ ਫਸਲਾਂ ਨੇ ਉਹ ਖਰੀਦ ਕੇ ਉਹਨਾਂ ਨੇ ਵੱਡੇ ਨਫੇ ਨਾਲ ਸਾਨੂੰ ਦੁਬਾਰਾ ਦੇਣੀਆਂ ਨੇ, ਥੈਲੀਆਂ ਦੇ ਵਿੱਚ ਪਾ ਕਮਾਈ ਘਟ ਜਾਣੀ ਹੈ ਤੇ ਉਹ ਸਾਨੂੰ ਉਹਨਾਂ ਨੇ ਵੱਡੇ ਰੇਟਾਂ ਤੇ ਦੇਣੀਆਂ ਨੇ। ਉਹ ਤੇ ਹੁਣ ਮੋਦੀ ਦੀ ਸੋਚ ਕੀ ਹੈ ਕਿ ਅਸੀਂ ਜੋ ਮੇਰੇ ਦੋਸਤ ਮਿੱਤਰ ਨੇ, ਵੱਡੇ ਘਰਾਣੇ ਨੇ, ਉਹਨਾਂ ਨੂੰ ਸਾਰਾ ਹੀ ਕਾਰਜਕਰਤਾ, ਸਾਰਾ ਹੀ ਸਿਸਟਮ ਉਹਨਾਂ ਨੂੰ ਸੰਭਾਲ ਦੇਣਾਗਾ। ਕਿਸਾਨ ਮਜ਼ਦੂਰ ਦਾ ਗਲੇ ਨੂੰ ਹੱਥ ਮੋਦੀ ਸਾਹਿਬ ਪਾ ਰਹੇ ਨੇ। ਇਹਦੇ ਉੱਤੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਇਹ ਗਲੇ ਨੂੰ ਨਹੀਂ ਹੱਥ ਪਾਉਣ ਦੇਣਗੀਆਂ, ਲੜਾਈ ਲੜਨਗੀਆਂ, ਸੰਘਰਸ਼ ਲੜਨਗੀਆਂ। ਇਹਦੇ ਵਿੱਚ ਮੈਂ ਸਾਰੇ ਹੀ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਇਕਜੁੱਟ ਹੋ ਕੇ ਅਸੀਂ ਆਪਣਾ ਹੱਕ ਲਈਏ। ਜੋ ਇਹ ਬਿੱਲ ਲੈ ਕੇ ਆਏ ਨੇ, ਤਿੰਨੇ ਆਰਡੀਨੈਂਸ ਲੈ ਕੇ ਆਏ ਨੇ, ਉਹਨਾਂ ਨੂੰ ਰੱਦ ਕਰਵਾਈਏ ਤਾਂ ਕਿ ਜੋ ਕਿਸਾਨ ਦੀ ਹਾਲਤ ਬਹੁਤ ਹੀ ਮਾੜੀ ਆ, ਪਹਿਲਾਂ ਹੀ ਨਾਲ ਮਜ਼ਦੂਰ ਨੇ, ਉਹਨਾਂ ਦਾ 9 ਮਾਸ ਦਾ ਰਿਸ਼ਤਾ, ਛੋਟੇ ਦੁਕਾਨਦਾਰ ਨੇ, ਆੜ੍ਹਤੀਏ ਨੇ, ਉਹਨਾਂ ਦੀ ਜਿਵੇਂ ਕਿਸਾਨਾਂ ਦੇ ਵਿੱਚ ਖੁਦਕਸ਼ੀਆਂ ਕਰ ਰਹੇ ਨੇ, ਕਰਜ਼ੇ ਦੀ ਮਾਰ ਉਹਨਾਂ ਨੂੰ ਪਹਿਲਾਂ ਹੀ ਨਹੀਂ ਉਹਨਾਂ ਦਾ ਜੋ ਕਿ ਘਰ ਦਾ ਗੁਜ਼ਾਰਾ ਹੋ ਰਿਹਾ। ਇਹਦੇ ਨਾਲ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾਗਾ। ਤੇ ਮੈਂ ਕਿਸਾਨਾਂ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਇਹ ਜੋ ਆਪਣੀ ਫਸਲਾਂ ਦਾ ਸਰਕਾਰੀ ਖਰੀਦ ਬੰਦ ਹੋਣ ਜਾ ਰਹੀ ਆ, ਇਹਨੂੰ ਰੋਕਿਆ ਜਾਵੇ। ਸਰਕਾਰੀ ਖਰੀਦ ਬਰਕਰਾਰ ਰੱਖੀ ਜਾਵੇ ਤਾਂ ਕਿ ਕਿਸਾਨ ਬਚ ਰਹੇ, ਨਾਲ ਮਜ਼ਦੂਰ ਵਰਗ, ਆੜ੍ਹਤੀਆ, ਛੋਟੇ ਦੁਕਾਨਦਾਰ, ਇਹਨਾਂ ਦਾ ਅਸੀਂ ਬਚਾਅ ਕਰ ਸਕੀਏ। ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਮੇਰੀ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆੜ੍ਹਤੀ ਵਰਗ ਨੂੰ ਤੇ ਛੋਟੇ ਦੁਕਾਨਦਾਰਾਂ ਨੂੰ, ਜਿਹੜੇ ਵੀ ਖੇਤੀ ਦੇ ਨਾਲ ਅਟੈਚ ਨੇ, ਉਹਨਾਂ ਨੂੰ ਮੈਂ ਇੱਕ ਬੇਨਤੀ ਇਹੀ ਕਰਦਾ ਕਿ ਅੱਜ ਜਾਣੀ ਕਿ 25 ਤਰੀਕ ਨੂੰ ਜਿੱਥੇ ਵੀ ਸਾਡੇ ਕਿਸਾਨਾਂ ਵੱਲੋਂ ਪ੍ਰੋਗਰਾਮ ਲਿਖੇ ਗਏ ਨੇ, ਧਰਨੇ ਲਗਾਉਣ ਦੇ ਜੋ ਪ੍ਰੋਗਰਾਮ ਰੱਖੇ ਗਏ ਨੇ, ਉਹਨਾਂ ਨੂੰ ਅਸੀਂ ਸਫਲ ਕਰੀਏ। ਆਪੋ ਆਪਣੇ ਸਾਧਨਾਂ ਤੇ ਜਾ ਕੇ ਅਸੀਂ ਕਿਸਾਨਾਂ ਦੀ ਹਮਾਇਤ, ਮਜ਼ਦੂਰਾਂ ਦੀ ਹਮਾਇਤ ਕਰੀਏ। ਇਹ ਮੇਰੇ ਵੱਲੋਂ ਇੱਕ ਵਾਰ ਫੇਰ ਬੇਨਤੀ ਆ ਕਿ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਆ ਕਿ ਅਸੀਂ ਧਰਨਿਆਂ ਦੇ ਵਿੱਚ ਪਹੁੰਚ ਕੇ ਏਕਤਾ ਨੂੰ ਵਧਾਈਏ। ਮਾਨਸਾ ਜ਼ਿਲ੍ਹੇ ਦੇ ਜਿੱਥੇ ਵੀ ਧਰਨੇ ਨੇ, ਪੰਜਾਬ ਭਰ ਦੇ ਵਿੱਚ ਜਿੱਥੇ ਵੀ ਧਰਨੇ ਨੇ, ਉੱਥੇ ਪਹੁੰਚ ਕੇ ਇਕੱਠੇ ਹੋ ਕੇ ਇਹ ਧਰਨਿਆਂ ਨੂੰ ਸਫਲ ਕਰੀਏ। ਜੋ ਆਪਣਾ ਮੁੱਦਾ ਹੈਗਾ ਆਰਡੀਨੈਂਸ ਨੂੰ ਰੱਦ ਕਰਾਉਣ ਦਾ, ਉਹ ਰੱਦ ਕਰਵਾਏ ਜਾਣ ਤੇ ਆਪਣਾ ਹੱਕ ਸਾਨੂੰ ਮਿਲ ਸਕੇ, ਅਸੀਂ ਆਪਣੀ ਕਿਸਾਨੀ ਨੂੰ, ਜਵਾਨੀ ਨੂੰ ਬਚਾ ਸਕੀਏ। ਤੇ ਇੰਨਾ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 25 ਤਰੀਕ ਨੂੰ ਜੋ ਵੱਖ-ਵੱਖ ਜਥੇਬੰਦੀਆਂ, ਸਿਆਸੀ ਪਾਰਟੀਆਂ ਵੱਲੋਂ, ਕਿਸਾਨ ਜਥੇਬੰਦੀਆਂ ਵੱਲੋਂ, ਮਜ਼ਦੂਰ ਜਥੇਬੰਦੀਆਂ ਵੱਲੋਂ, ਆੜ੍ਹਤੀਆ, ਛੋਟੇ ਦੁਕਾਨਦਾਰਾਂ ਵੱਲੋਂ ਜੋ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਸ ਦੇ ਸਬੰਧ ਦੇ ਵਿੱਚ ਸਾਡੀ ਨਗਰ ਪੰਚਾਇਤ ਪਿੰਡ ਬੱਪੀਆਣਾ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਜਿਸ ਦੇ ਵਿੱਚ ਸਮੂਹ ਨਗਰ ਨੇ ਵੱਡੀ ਪੱਧਰ ਤੇ ਮਸੂਲੀਅਤ ਕੀਤੀ ਹੈ।
ਉਸ ਦੇ ਲਈ ਅਸੀਂ ਸਮੁੱਚੇ ਨਗਰ ਦਾ ਅਤੇ ਸਾਡੇ ਪੇਂਡੂ ਵਿਰਸਾ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਲੋਕਾਂ ਨੂੰ ਜਾਗਰਤ ਕਰਦੇ ਹਾਂ ਕਿ ਜੋ ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਲੈ ਕੇ ਪੇਸ਼ ਕੀਤੇ ਗਏ ਨੇ, ਇਹਨਾਂ ਨੂੰ ਰੱਦ ਕਰਵਾਉਣ ਦੇ ਲਈ ਸਮੁੱਚੇ ਨਗਰ ਨੇ ਅੱਜ ਹਿੰਮਤ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਸਭ ਤੋਂ ਪਹਿਲਾਂ ਜੋ ਆਰਡੀਨੈਂਸ ਦੇ ਵਿੱਚ ਲੈ ਕੇ ਆਏ ਨੇ ਇਹ ਮੰਡੀ ਬੋਰਡ ਨੂੰ ਤੋੜਨ ਦੇ ਲਈ, ਜੇ ਮੰਡੀ ਬੋਰਡ ਟੁੱਟ ਜਾਂਦਾ ਹੈ ਤਾਂ ਉਹਦੇ ਨਾਲ ਕਿਸਾਨਾਂ ਦੀ ਫਸਲ ਦਾ ਮੁੱਲ ਵੱਡੇ ਵੱਡੇ ਘਰਾਣਿਆਂ ਦੇ ਹੱਥ ਦੇ ਵਿੱਚ ਚਲਾ ਜਾਊਗਾ। ਸਭ ਤੋਂ ਵੱਡਾ ਨੁਕਸਾਨ ਇਹਦਾ ਇਹ ਹੋਣਾ ਹੈਗਾ। ਦੂਸਰਾ, ਜੇ ਮੰਡੀਆਂ ਟੁੱਟ ਜਾਂਦੀਆਂ ਨੇ ਤਾਂ ਜੋ ਆਪਣੀਆਂ ਲਿੰਕ ਸੜਕਾਂ ਨੇ ਜਾਂ ਇਹਦੇ ਨਾਲ ਹੋਰ ਸੰਬੰਧਿਤ ਮੰਡੀਆਂ ਦੇ ਵਿੱਚ ਫੜ ਬਣਾਏ ਜਾਂਦੇ ਨੇ ਜਾਂ ਹੋਰ ਕੰਮਕਾਜ ਕੀਤੇ ਜਾਂਦੇ ਨੇ, ਜਦੋਂ ਕੋਈ ਆਮਦਨ ਹੋਈ ਨਾ ਤਾਂ ਉਹ ਆਪਣੇ ਆਪ ਹੀ ਮੰਡੀ ਬੋਰਡ ਨੂੰ ਸਰਕਾਰਾਂ ਹੀ ਭੰਗ ਕਰ ਦੇਣਗੀਆਂ। ਦੂਸਰਾ, ਜੋ ਇਹ ਲੈ ਕੇ ਆਏ ਨੇ ਉਹਦੇ ਵਿੱਚ ਹੈਗਾ MSP ਖਤਮ ਕਰਨ ਦਾ। ਜੇ MSP ਖਤਮ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਮਨਮਰਜ਼ੀ ਦੇ ਭਾਅ ਦੇ ਨਾਲ ਵੱਡੀਆਂ ਕੰਪਨੀਆਂ ਖਰੀਦ ਕਰਨਗੀਆਂ, ਜਿਸ ਦਾ ਨੁਕਸਾਨ ਕਿਸਾਨ ਮਜ਼ਦੂਰਾਂ ਦਾ ਹੋਊਗਾ। ਤੀਸਰਾ, ਕੰਡਕਟ ਫਾਰਮਿੰਗ ਦਾ ਹੈ। ਜੇ ਉਹ ਕਨੈਕਟ ਫਾਰਮਿੰਗ ਜਿਸ ਤਰ੍ਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਕਾਮਯਾਬ ਕਰ ਚੁੱਕੇ ਨੇ, ਉਸ ਦੇ ਨਾਲ ਵੀ ਸਭਨਾਂ ਦਾ ਹੀ ਨੁਕਸਾਨ ਹੋਣਾ ਹੈ। ਸੋ ਮੈਂ ਸਾਰਿਆਂ ਨੂੰ, ਬੇਸ਼ੱਕ ਉਹ ਸਿਆਸੀ ਨੇ, ਬੇਸ਼ੱਕ ਉਹ ਸਾਡੀਆਂ ਕੋਈ ਮਜ਼ਦੂਰ ਜਥੇਬੰਦੀਆਂ ਨੇ, ਦੁਕਾਨਦਾਰ ਨੇ, ਆੜ੍ਹਤੀਏ ਨੇ, ਸਾਰਿਆਂ ਨੂੰ ਇਸ ਚੈਨਲ ਰਾਹੀਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਇਹ 3 ਕਾਨੂੰਨਾਂ ਦਾ ਡਟ ਕੇ ਵਿਰੋਧ ਕਰੀਏ ਤਾਂ ਕਿ ਇਹਨਾਂ ਨੂੰ ਆਪਾਂ ਰੱਦ ਕਰਵਾ ਸਕੀਏ। ਸੋ ਮੇਰਾ ਸਿਆਸੀ ਪਾਰਟੀਆਂ ਨੂੰ, ਸਾਰੀਆਂ ਜਥੇਬੰਦੀਆਂ ਨੂੰ ਦੁਬਾਰਾ ਫੇਰ ਹੱਥ ਜੋੜ ਕੇ ਅੱਜ ਬੇਨਤੀ ਹੈ ਕਿ ਜੋ ਆਪਾਂ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉਸ ਦੇ ਸੰਬੰਧ ਦੇ ਵਿੱਚ ਸਮੂਹ ਨਗਰ ਨਿਵਾਸੀ ਪਿੰਡ ਬੱਪੀਆਣਾ ਜਿੱਥੇ ਕਿਤੇ ਵੀ ਤੁਸੀਂ ਜਾ ਸਕਦੇ ਹੋ, ਚਾਹੇ ਉਹ ਮਾਨਸਾ ਕੈਂਚੀਆਂ, ਮਾਨਸਾ 3 ਕੋਣੀਆਂ ਜਾਂ ਰੇਲਵੇ ਲਾਈਨਾਂ ਦੇ ਉੱਤੇ ਹੈ, ਜਿੱਥੇ ਜਿੱਥੇ ਵੀ ਧਰਨੇ ਲੱਗੇ ਆ, ਭੀਖੀ ਨੇੜੇ ਪੈਂਦਾ, ਖਿਆਲੇ ਪੈਂਦਾ, ਉੱਥੇ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰੋ। ਸੋ ਦੁਬਾਰਾ ਫੇਰ ਮੈਂ ਸਾਡੇ ਇਸ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਇਸ ਮੁਹਿੰਮ ਨੂੰ ਭਖਾਇਆ। ਸਮੂਹ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਪੰਚਾਇਤ ਦੇ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਡਾ ਇਕੱਠ ਕਰਕੇ ਇੱਕ ਇਸ ਮੋਦੀ ਸਰਕਾਰ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਸੋ ਦੁਬਾਰਾ ਫੇਰ ਇਹਨਾਂ ਦੇ ਚੈਨਲ ਦਾ ਔਰ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਸਪੀਚ ਕਰਦਾ ਹਾਂ ਕਿ ਜੋ ਕਿਸਾਨ ਧਰਨੇ 'ਤੇ ਜਾ ਰਹੇ ਨੇ ਵੱਧ ਤੋਂ ਵੱਧ ਭੈਣ ਭਰਾ ਬੱਚੇ ਬਜ਼ੁਰਗ ਸਾਰੇ ਜਾਣ। ਜੋ ਕਿ ਆਰਡੀਨੈਂਸ ਮੋਦੀ ਸਰਕਾਰ ਨੇ ਪੇਸ਼ ਕੀਤੇ ਨੇ, ਇਹਨਾਂ ਨੂੰ ਰੱਦ ਕਰਾਉਣ ਦੀ ਅਪੀਲ ਹਰ ਇੱਕ ਬੱਚੇ ਨੂੰ ਹੈ। ਜੋ ਕਿ ਆਪਾਂ ਨੂੰ ਮਾਰਨ ਦੀ ਬਜਾਏ ਇਹਨਾਂ ਨੇ ਇੱਕ ਦਿਨ ਖਤਮ ਕਰ ਦੇਣਾ। ਜੋ ਸਰਕਾਰ ਆਰਡੀਨੈਂਸ ਲਈ ਹੈ ਇਹਨੂੰ ਆਪਾਂ ਜਾ ਕੇ ਰੇਲਾਂ ਰੋਕੀਏ, ਜੋ ਵੀ ਚੀਜ਼ ਹੈ ਸੜਕ ਜਾਮ ਕਰੀਏ, ਸਾਰਾ ਕੁਝ ਬੰਦ ਕਰ ਦਈਏ, ਇਹਦਾ ਵਿਰੋਧ ਕਰੀਏ ਤਾਂ ਕਿ ਆਪਾਂ ਨੂੰ ਫਾਇਦਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।